अभई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। आओ सिक्खी इतिहास विच जाइए, गढ़वीर से ते रोशनी जपाइए। 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 10 ਜੇਠ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 23 ਮਈ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਸਿਮਰੰਤ ਨਾਨਕ ਰਾਮ 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 ਦਮੋਧਰ ਰਾਮ ਦਮੋਧਰ ਰਾਮ ਦਮੋਧਰ ਮਾਧਵੇ 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 ਮਾਨਿਓ ਕੇ ਮਾਨ ਗੁਰੂ ਨਿਤਾਣਿਓ ਕੇ ਨੇ ਓਟਿਓ ਕੀ ਓਟ ਗੁਰੂ ਨੇ ਆਸਰਿਓ ਕਾ ਆਸਰਾ गुण निधान गुण निधान गुण गुण निधान आनंद गुण 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 निधान आनंद आनंद गुण निधान आनंद गुण निधान तन गुरु गरीब निवाज साहिब श्री गुरु रामदास जी महाराज साहिब श्री गुरु ग्रंथ साहिब जीओ महाराज धन गुरु गरीब निवाज मोहन घर आवो करो जुदरिया मोहन घर आवो मोहन घर आवो करो जुदरिया मोहन घर आवो करो
घर आओ घर आओ करो जो दरिया मोहन घर आओ करो जो दरिया मोहन घर आओ मान करो अभिमान बोलो मान करो अभिमान बोलो भूल चूक तेरी प्रचरिया भूल चूक तेरी प्रचरिया मोहन घर आओ करो जो दरिया मोहन घर आओ करो जो दरिया मोहन घर आओ निकट सुनो आज देखो नाही देखो नाही देखो हर देखो नाही निमत सुनो हर देखो नाही निकट सुनो हर देखो नाही भरम भरम दुख भरिया भरम भरम दुख भरिया होए कृपाल गुर लाहे पार दो होए कृपाल गुर लाहे पार दो मिलो लाल मन हरिया मिलो लाल मन हरिया मोहन घर आओ करो जो दरिया मोहन घर आओ करो जो दरिया मोहन घर आओ एक निमक जे बिसर स्वामी एक निमक जे एक निमक जे बिसर स्वामी एक निमक जे बिसर स्वामी जानो कोट दिनस लाख बरिया जानो कोट दिनस
लख बरिया साध संगत की भीर जो पाई साध संगत की भीर जो पाई साध संगत की साध संगत की पीर जो पाई पीर जो पाई साध संगत की पीर जो पाई साध संगत की पीर जो भीर जो पाई साध संगत की 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 साध संगत की भीर जो पाई साध संगत की भीर जो पाई जो भीर जो पाई साध संगत की भीर जो पाई साध संगत की हाँ भीर जो पाई भीर जो पाई साध संगत की भीर जो पाई साध संगत की भीर जो पाई साध संगत की भीर जो पाई संगत की भीर जो पाई साध संगत की भीर जो पाई साध संगत की ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੇ, ਜੀਅ ਜੰਤ ਜਿਨਹਿ ਪ੍ਰਤਪਾਲੇ, ਸਦਾ ਧਨ ਅੰਤਰ ਨਾਮ ਸੰਭਾਲੇ, ਜੀਅ ਜੰਤ ਜਿਨਹਿ ਪ੍ਰਤਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰਿ ਕੈ ਨਾਮ ਰਤੇ ਲਿਵ ਲਾਏ, ਗੁਰ ਸੇਵਾ ਤੇ ਹਰਿ ਨਾਮ ਧਨ ਪਾਵੈ, ਅੰਤਰ ਪਰਗਾਸ ਹਰਿ ਨਾਮ ਧਿਆਵੈ, ਰਹਾਉ। ਇਹੋ ਹਰ ਰੰਗ ਗੂੜਾ ਧਨ ਪੀਰ ਹੋਏ, ਸ਼ਾਂਤ ਸੀਗਾਰ ਰਾਵੈ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਇ ਨ ਪਾਏ, ਮੂਲੋਂ ਭੁੱਲਾ ਜਨਮ ਗਵਾਏ, ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਬਾਣੀ ਤੇ ਹਰ ਮਨ ਵਸਾਏ। ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਤੀਸਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਰਾਗ ਧਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 664 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਵਿਆਖਿਆ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਧਨਾਸਰੀ ਮਹੱਲਾ ਤੀਜਾ। ਹੇ ਭਾਈ, ਜਿਸ ਪ੍ਰਮਾਤਮਾ ਨੇ ਸਾਰੇ ਜੀਵਾਂ ਦਾ ਪਾਲਣਾ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ, ਉਸ ਪ੍ਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ। ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਹੇ ਭਾਈ, ਵਿਕਾਰਾਂ ਤੋਂ ਖਲਾਸੀ ਕਰਾਉਣ ਵਾਲਾ ਨਾਮ ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਹੜੇ ਸੁਰਤ ਜੋੜ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ। ਹੇ ਭਾਈ, ਗੁਰੂ ਦੀ ਦੱਸੀ ਸੇਵਾ ਕਰਨ ਦੇ ਨਾਲ ਮਨੁੱਖ ਪ੍ਰਮਾਤਮਾ ਦਾ ਨਾਮ ਧਨ ਹਾਸਲ ਕਰ ਲੈਂਦਾ ਹੈ। ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਪ੍ਰਭੂ ਪਤੀ ਦੇ ਪ੍ਰੇਮ ਦਾ ਇਹ ਗੂੜਾ ਰੰਗ ਉਸ ਜੀਵ ਇਸਤਰੀ ਨੂੰ ਚੜ੍ਹਦਾ ਹੈ ਜਿਹੜੀ ਆਤਮਿਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਉਂਦੀ ਹੈ। ਉਹ ਜੀਵ ਇਸਤਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿੱਚ ਵਸਾਈ ਰੱਖਦੀ ਹੈ, ਪਰ ਅਹੰਕਾਰ ਵਿੱਚ ਰਹਿ ਕੇ ਕੋਈ ਵੀ ਜੀਵ ਪ੍ਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪਣੇ ਜਿੰਦ ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ। ਹੇ ਭਾਈ, ਗੁਰੂ ਪਾਸੋਂ ਮਿਲੀ ਬਾਣੀ ਦੀ ਬਰਕਤ ਦੇ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਿਕ ਅਡੋਲਤਾ ਦਾ ਆਨੰਦ ਮਿਲਦਾ ਹੈ। ਗੁਰੂ ਦੀ ਦੱਸੀ ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ। ਇਸ ਦੀ ਬਰਕਤ ਦੇ ਨਾਲ ਪਰਮਾਤਮਾ ਦੇ ਨਾਮ ਵਿੱਚ ਲੀਨਤਾ ਹੋ ਜਾਂਦੀ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ। ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਕੇ ਪਰਲੋਕ ਦੇ ਵਿੱਚ ਵੀ ਉਹ ਇੱਜ਼ਤ ਖੱਟਦਾ ਹੈ। ਜਿਹੜਾ ਕਰਤਾਰ ਹਰੇਕ ਯੁੱਗ ਦੇ ਵਿੱਚ ਆਪ ਹੀ ਮੌਜੂਦ ਚੱਲਿਆ ਆ ਰਿਹਾ ਹੈ, ਉਹ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਮਨੁੱਖ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿੱਚ ਮਿਲਾਇਆ ਹੈ, ਉਹ ਉਸ ਸਦਾ ਥਿਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। राम जपो जी ऐसी 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 राम जपो जी ऐसी 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 तू प्रहलाद जपियो हर जैसी 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 राम जपो जी ऐसी 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 राम जपो
तेरे दीन दयाल भरोसे तेरे सब परिवार चढ़ाया बेड़े दीन दयाल भरोसे तेरे सब परिवार चढ़ाया बेड़े सब परिवार चढ़ाया बेड़े 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 राम जपो जी ऐसे 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 ध्रुव प्रहलाद जपियो हर जैसे जैसी 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 राम जपो जी ऐसे ऐसे ऐसी 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 राम जपो जी जाति सुपावे ता हुक्म मनावे जाति सुपावे ता हुक्म मनावे इस बेड़े को पार लंगावे जाति सुपावे ता हुक्म मनावे इस बेड़े को पार लंगावे इस बेड़े को पार लंगावे 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 राम जपो जी ऐसे ऐसे ऐसी 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 ध्रुव प्रहलाद जपियो हर जैसे जैसी 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 राम जपो जी ऐसे ऐसे ऐसी 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 राम जपो जी गुर प्रसाद ऐसी बोध सुमानी गुर प्रसाद ऐसी बोध सुमानी चूक गई फिर आवन जानी गुर प्रसाद ऐसी बोध सुमानी चूक गई फिर आवन जानी चूक गई फिर आवन जानी 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 राम जपो जी ऐसे ऐसे ऐसी 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 ध्रुव प्रहलाद जपियो हर जैसे जैसी 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 राम जपो जी ऐसे ऐसे ऐसी 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 राम जपो
ਹਾਂਜੀ, ਇਹ ਸਨ ਭਾਈ ਸੁਰਿੰਦਰ ਸਿੰਘ ਜੀ ਮਿਠਾਰੂ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਨ ਕੀਤਾ ਹੈ। ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਥਰਡ ਮਹਿਲ। Gather in and cherish forever the wealth of the Lord's name deep within. He cherishes and nourishes all beings and creatures. They alone obtain the treasure of liberation, who are lovingly imbued with and focused on the Lord's name. Serving the Guru, one obtains the wealth of the Lord's name. He is illuminated and enlightened within, and he meditates on the Lord's name. Pause. This love for the Lord is like the love of the bride for her husband. God ravishes and enjoys the sole bride, who is adorned with peace and tranquility. No one finds God through egotism, wandering away from the primal Lord, the root of all. One wastes his life in vain. Tranquility, celestial peace, pleasure, and the word of his Vani come from the Guru. True is that service which leads one to merge in the Naam, blessed with the word of the Shabad. He meditates forever on the Lord, the Beloved. Through the true name, glorious greatness is obtained. The Creator Himself abides throughout the ages. If He casts His glance of grace, then we meet Him. Through the word of the Gurvani, the Lord comes to dwell in the mind. O Nanak, God unites with Himself those who are imbued with truth. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। ਜਪ ਮਨ ਸਤ ਨਾਮ ਸਦਾ ਸਤ ਨਾਮ, ਜਪ ਮਨ ਸਤ ਨਾਮ ਸਦਾ ਸਤ ਨਾਮ, 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 ਜਪ ਮਨ ਸਤ ਨਾਮ ਸਦਾ ਸਤ ਨਾਮ, ਜਪ ਮਨ ਸਤ ਨਾਮ ਸਦਾ ਸਤ ਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਇਐ ਹਰਿ ਪੁਰਖ ਨਿਰੰਜਨਾ, ਨਿਤ ਧਿਆਇਐ ਹਰਿ ਪੁਰਖ ਨਿਰੰਜਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਜਪ ਮਨ ਸਤ ਨਾਮ
ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਾਸ ਹੈ ਕਾਮ ਤੇ ਜਾਂ ਕੈ ਵਾਸ ਹੈ ਕਾਮ ਤੇ ਨਾ ਸੋ ਐਸਾ ਹਰ ਤੇ ਆਈਏ ਮੇਰੇ ਜੀਅਰੇ ਸੋ ਐਸਾ ਆਇਆ ਮੇਰੇ ਜੀਅਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਹ ਹਰ ਸਿਮਰਨ ਪਾਇਆ ਤਹਿ ਉਪਾਦ ਗਤ ਕੀਨੀ ਜਹ ਹਰ ਸਿਮਰਨ ਪਾਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਵਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਪ ਹਰ ਭਾਵ ਜਲ ਕਰਨਾ ਜਪ ਹਰ ਭਾਵ ਜਲ ਕਰਨਾ ਜਪ ਮਨ ਸਤਨਾਮ ਸਦਾ ਸਤ
ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਹਾਂਜੀ, ਇਹ ਸਨ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਨੀਤ ਡਸੈ ਨੀਤ ਡਸੈ ਨੀਤ ਡਸੈ ਨੀਤ ਡਸੈ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਨੀਤ ਡਸੈ ਨੀਤ ਡਸੈ ਨੀਤ ਡਸੈ ਨੀਤ ਡਸੈ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨ ਹੌਲੀ ਆਇਓ ਬਾਰ ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨ ਹੌਲੀ ਆਇਓ ਬਾਰੀ ਤਿਨ ਹੌਲੀ ਆਇਓ ਬਾਰੀ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ ਹਰ ਕੇ ਲੋਗਾ ਮੁਕੋ ਨੀਤ ਡਸੈ ਪਟਵਾਰ
पंच सिकदारा पंचे मांगे हाल एक कोट पंच सिकदारा पंचे मांगे हाल जिमी नहीं मैं किसी की बोई ऐसा देन दुखाला ऐसा देन दुखाला हर के लोका मुको एक दसे पटवार हर के लोका मुको एक दसे पटवार नौ डाडी 10 मुंस पतावे रैयत बसन न देही नौ डाडी 10 मुंस पतावे रैयत बसन न देही दोरी पूरी माँ पहनाही बहु बिसटाला लेही बहु बिसटाला लेही हर के लोगा मुको एक दसे पटवारी हर के लोगा मुको एक दसे पटवारी बहत्तर कार एक पुरख समाया उन दिया नाम लिखा बहत्तर कार एक पुरख समाया उन दिया नाम लिखा धर्म राय का दफ्तर सोदया बाकी रिजम नकाय बाकी रिजम नकाय हर के लोगा को एक दसे पटवारी हर के लोगा को एक दसे पटवारी संता को मत कोई निंदो संत राम है संता को मत कोई निंदो संत राम है कहो कभी मैं सो गुर पाया जाका नाम बेको जाका नाम बेको हर के लोगा मुको एक दसे पटवारी हर के लोगा मुको एक दसे पटवारी नीत दसे नीत दसे नीत दसे नीत दसे
हर के लोग मुको नीत दसै पटवार हर के लोग मुको नीत दसै पटवार हर के लोग मुको नीत दसै ਹਾਂਜੀ, ਇਹ ਸੀ ਸ਼ਬਦ ਜਿਸ ਨੂੰ ਗਾਇਨ ਕੀਤਾ ਸੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਤੇ ਇਹ ਸ਼ਬਦ ਭਗਤ ਰਵਿਦਾਸ ਜੀ, ਮਾਫ ਕਰਨਾ, ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ। ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ। ਤੇ ਇਹ ਜਿਹੜਾ ਸ਼ਬਦ ਹੈ ਸੂਹੀ ਲਲਿਤ ਦੇ ਵਿੱਚ ਕਬੀਰ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ। ਤੇ ਭਗਤ ਕਬੀਰ ਜੀ ਮਹਾਰਾਜ ਇਹਦੇ ਵਿੱਚ ਜਿਹੜੀਆਂ ਜ਼ਿਮੀਂਦਾਰਾਂ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਨੇ ਉਹ ਵਰਤ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਆਓ ਇਸ ਸ਼ਬਦ ਦੇ ਅਖਰੀ ਅਰਥ ਜਿਹੜੇ ਨੇ ਆਪ ਜੀ ਦੇ ਨਾਲ ਸਾਂਝੇ ਕਰੀਏ। ਪਹਿਲੀ ਗੱਲ ਕਿ ਸੂਹੀ ਲਲਿਤ ਦੇ ਵਿੱਚ ਇਹ ਕਬੀਰ ਜੀ ਸ਼ਬਦ ਜਿਹੜਾ ਉਚਾਰਨ ਕਰ ਰਹੇ ਨੇ, ਸ਼ਬਦ ਸ਼ੁਰੂ ਹੁੰਦਾ ਹੈ ਏਕ ਕੋਟ ਪੰਜ ਸਿੱਖ ਧਾਰਾ ਪੰਚੇ ਮੰਗੈ ਹਾਲਾ। ਜਿਹੜੇ ਸਾਡੇ ਵੀਰ ਭੈਣਾਂ ਪੰਜਾਬ ਤੋਂ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਹਾਲੇ ਦਾ ਕੀ ਮਤਲਬ ਹੈ। ਜਿਹੜਾ ਕੋਈ ਆਪਣਾ ਜਿਹੜਾ ਹੈ ਜ਼ਮੀਨ ਜਿਹੜੀ ਹੈ ਉਹ ਮਾਮਲੇ ਤੇ ਦੇਂਦਾ ਹੈ ਕਿਸੇ ਨੂੰ, ਭਾਵ ਕਿ ਰੈਂਟ ਦੇ ਉੱਤੇ ਦੇਂਦਾ ਹੈ। ਸੋ ਕਬੀਰ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਜ਼ਿਮੀਂਦਾਰਾਂ ਦੇ ਨਾਲ ਸੰਬੰਧਿਤ ਕਈ ਸ਼ਬਦ ਜਿਹੜੇ ਉਹ ਵਰਤ ਰਹੇ ਨੇ। ਏਕ ਕੋਟ ਪੰਜ ਸਿੱਖ ਧਾਰਾ ਪੰਚੇ ਮੰਗ ਹੈ ਹਾਲਾ। ਮਨੁੱਖ ਦਾ ਇਹ ਸਰੀਰ ਮਾਨੋ ਇੱਕ ਕਿਲਾ ਹੈ। ਇਸ ਦੇ ਵਿੱਚ ਪੰਜ ਕਾਮਾਦਿਕ ਚੌਧਰੀ ਵਸਦੇ ਨੇ। ਪੰਜੇ ਹੀ ਇਸ ਮਨੁੱਖ ਪਾਸੋਂ ਮਾਮਲਾ ਮੰਗਦੇ ਨੇ, ਭਾਵ ਇਹ ਪੰਜੇ ਵਿਕਾਰ ਇਸ ਨੂੰ ਖੁਆਰ ਕਰਦੇ ਫਿਰਦੇ ਨੇ। In the one fortress of the body there are 5 rulers and all 5 demand payment of taxes. जिमी नाही मैं किसी की बोई ऐसा देन दुखाला। ਪਰ ਆਪਣੇ ਸਤਿਗੁਰੂ ਦੀ ਕਿਰਪਾ ਦੇ ਨਾਲ ਮੈਂ ਇਹਨਾਂ ਪੰਜਾਂ ਵਿੱਚੋਂ ਕਿਸੇ ਦਾ ਵੀ ਮੁਜਾਰਿਆ ਨਹੀਂ ਬਣਿਆ, ਭਾਵ ਕਿਸੇ ਦੇ ਵੀ ਦਬਾਅ ਦੇ ਵਿੱਚ ਨਹੀਂ ਆਇਆ। ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ, ਭਾਵ ਇਹਨਾਂ ਵਿੱਚੋਂ ਕੋਈ ਵਿਕਾਰ ਮੈਨੂੰ ਕਰਾਹੇ ਨਹੀਂ ਪਾ ਸਕਿਆ। I have not farmed anyone's land, so such payment is difficult for me to pay. ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ। ਹੇ ਸੰਤ ਜਨੋ, ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ, ਭਾਵ ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਵੀ ਕੋਈ ਕਰਮਾਂ ਦਾ ਲੇਖਾ ਨਾ ਬਣਨ ਲੱਗ ਪਵੇ। O people of the Lord, the tax collector is constantly torturing me. ਉੱਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿੰਨ ਹੌਲੀਆ ਅਵਾਰੀ ਰਹਾਉ। ਸੋ ਮੈਂ ਆਪਣੀ ਬਾਂਹ ਉੱਚੀ ਕਰਕੇ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤੇ ਉਸਨੇ ਮੈਨੂੰ ਇਹਨਾਂ ਤੋਂ ਬਚਾ ਲਿਆ। ਰਹਾਉ। Raising my arms up, I complain to my Guru, and he has saved me. Pause. ਨੌ ਡਾਢੀ 10 ਮੁਨਸਫ ਧਾਵਹਿ ਰਈਅਤ ਬਚਨ ਨਾ ਦੇਹੀ। ਮਨੁੱਖਾ ਸਰੀਰ ਦੇ 9 ਸੋਤਰ ਜਰੀਬ ਕਸ਼ ਤੇ 10 ਇੰਦਰੇ ਨਿਆਂ ਕਰਨ ਵਾਲੇ ਮਨੁੱਖ ਦੇ ਜੀਵਨ ਉੱਤੇ ਇੰਨੇ ਹੱਲੇ ਕਰਕੇ ਪੈਂਦੇ ਨੇ ਕਿ ਮਨੁੱਖ ਦੇ ਅੰਦਰ ਭਲੇ ਗੁਣਾਂ ਦੀ ਪਰਜਾ ਨੂੰ ਵਸਣ ਨਹੀਂ ਦਿੰਦੇ। The 9 tax assessors
and the 10 magistrates go out, they do not allow their subjects to live in peace. ਡੋਰੀ ਪੂਰੀ ਮਾਪੈ ਨਾਹੀਂ, ਬਹੁ ਬਿਸਟਾਲਾ ਲੇਹੀ। ਇਹ ਜਰੀਬ ਕਛ ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਨੇ। ਭਾਵ ਮਨੁੱਖ ਨੂੰ ਬਿਤੋਂ ਵਧੀਕ ਵਿਸ਼ਿਆਂ ਵਿੱਚ ਫਸਾਉਂਦੇ ਨੇ। ਜਾਇਜ਼ ਹੱਦ ਤੋਂ ਵੀ ਵਧੀਕ ਕਾਮ ਆਦਿਕ ਵਿੱਚ ਫਸਾ ਦਿੰਦੇ ਨੇ। They do not measure with the full tape, and they take huge amounts of bribes. ਬਿਹਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ। ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ ਉਸਨੇ ਮੈਨੂੰ ਉਸ ਪਰਮਾਤਮਾ ਦਾ ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਕਿ 72 ਘਰੀ ਸਰੀਰ ਦੇ ਅੰਦਰ ਮੌਜੂਦ ਹੈ। One Lord is contained in the 72 chambers of the body, and he has written of my account. ਧਰਮ ਰਾਏ ਘਰ ਦਫ਼ਤਰ ਸੋਧਿਆ, ਬਾਕੀ ਰਿਜਮ ਨ ਕਾਈ। ਸਤਿਗੁਰ ਦੀ ਇਸ ਮਿਹਰ ਦਾ ਸਦਕਾ ਜਦੋਂ ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜੁੰਮੇ ਰਤਾ ਵੀ ਦੇਣਾ ਨਾ ਨਿਕਲਿਆ। ਭਾਵ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ। The records of righteous judge of Dharma have been searched, and I owe absolutely nothing. ਸੰਤਾਂ ਕੋ ਮਤ ਕੋਈ ਨਿੰਦਹੁ, ਸੰਤ ਰਾਮ ਹੈ ਏਕੋ। ਸੋ ਹੇ ਭਾਈ, ਇਹ ਬਰਕਤ ਸੰਤ ਜਨਾਂ ਦੀ ਸੰਗਤ ਦੀ ਹੈ। ਤੁਸੀਂ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾ ਕਰਿਓ। ਸੰਤ ਤੇ ਪਰਮਾਤਮਾ ਇੱਕੋ ਰੂਪ ਹਨ। Let's no one slander the saints, because the saints and the Lord are as one. ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਵੇਕੋ। ਭਗਤ ਕਬੀਰ ਜੀ ਮਹਾਰਾਜ ਆਖਦੇ ਨੇ ਮੈਨੂੰ ਵੀ ਉਹੀ ਗੁਰੂ ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ। Says Kabir, I have found that Guru, whose name is clear understanding. ਸੋ ਇਸ ਸ਼ਬਦ ਦੇ ਜਿਹੜੇ ਸ਼ਬਦ ਅਰਥ ਜਿਹੜਾ ਕਿ ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਸੂਹੀ ਲਲਿਤ ਦੇ ਵਿੱਚ ਉਚਾਰਨ ਕੀਤਾ ਹੋਇਆ ਸੀ। ਤੇ ਆਓ ਇੱਕ ਹੋਰ ਸ਼ਬਦ ਸਰਵਨ ਕਰਦੇ ਹਾਂ। साचा खसम हमारा हमसे केरियां दासियां। साचा खसम हमारा हमसे केरियां दासियां। हमसे केरियां दासियां, हमसे केरियां दासियां। साचा खसम हमारा हमसे केरियां दासियां। साचा खसम हमारा हमसे केरियां दासियां। नानक कहे सहेलियो सोखरा प्यारा। सोखरा प्यारा, सोखरा प्यारा। हमसे केरियां दासियां। साचा खसम हमारा हमसे केरियां दासियां। साचा खसम हमारा हमसे केरियां दासियां।
जब तप का बंद बेड़ुला जित लंघे वगेला ना सरवर ना उछले ऐसा पंथ सुहेला तेरा एक को नाम मजीठड़ा रत्ता मेरा चोला सद रंग टोला वाहिगुरु 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 रत्ता मेरा चोला सद रंग टोला हमसे केरियां दासियां हमसे केरियां दासियां सच्चा कसम हमारा हमसे केरियां दासियां सच्चा कसम हमारा हमसे केरियां दासियां हमसे केरियां दासियां साजन चले प्यारिया क्यों मेला होई क्यों मेला होई जे गुण होवे गंठड़िए मेलेगा सोई मेलेगा सोई मिलिया कोई नवी छिड़े जे मिलिया होई जे मिलिया होई आवा गौण निवारिया है साचा सोई है साचा सोई हमसे केरियां दासियां हमसे केरियां दासियां साचा कसम हमारा हमसे केरियां दासियां साचा कसम हमारा हमसे केरियां दासियां हो मैं मार निवारिया सीता है चोला
साचा खस्म हमारा, साचा खस्म हमारा, हमसे केरियां दासियां, हमसे केरियां दासियां, साचा कसम हमारा, हमसे केरियां दासियां, साचा कसम हमारा, हमसे केरियां दासियां, हमसे केरियां दासियां, हमसे केरियां दासियां। 97.3 FM ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਤੇ ਆਓ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦਾ ਲੇਖ ਜਿਹੜਾ ਹੈ ਅਸੀਂ ਲਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਸਾਧੂ ਸਿੰਘ ਗੋਬਿੰਦਪੁਰੀ ਉਹਨਾਂ ਦੀ ਲਿਖੀ ਹੋਈ ਇਸ ਕਿਤਾਬ ਦੇ ਵਿੱਚੋਂ ਤੇ ਜਿਹੜਾ ਲੇਖ ਹੈ ਉਸ ਦਾ ਸ਼ੀਰਸ਼ਕ ਹੈ ਗੁਰਬਾਣੀ। ਸਾਧੂ ਸਿੰਘ ਜੀ ਗੋਬਿੰਦਪੁਰੀ ਲਿਖਦੇ ਨੇ ਕਿ ਗੁਰਬਾਣੀ ਤੋਂ ਭਾਵ ਹੈ ਧੁਰ ਦਰਗਾਹ ਤੋਂ ਆਏ ਸ਼ੁਭ ਬਚਨ ਜੋ ਗੁਰੂ ਸਾਹਿਬਾਨ ਨੇ ਪ੍ਰਾਣੀ ਦੇ ਕਲਿਆਣ ਦੇ ਲਈ ਉਚਾਰੇ ਜਾਂ ਕਲਮਬੰਦ ਕੀਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਲਿਵ ਜਦੋਂ ਕਰਤਾਰ ਦੇ ਨਾਲ ਜੁੜਦੀ ਤਾਂ ਆਪ ਜੀ ਭਾਈ ਮਰਦਾਨਾ ਜੀ ਨੂੰ ਆਖਦੇ ਕਿ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਰਾਗ ਗੌੜੀ ਕੀ ਬਾਰ ਦੇ ਵਿੱਚ ਬੜੇ ਸੁੰਦਰ ਬਚਨ ਨੇ ਕਿ ਸਤਿਗੁਰੂ ਜੀ ਦੀ ਉਚਾਰੀ ਹੋਈ ਬਾਣੀ ਨੂੰ ਸੱਚੇ ਦੀ ਬਾਣੀ ਸਮਝਣਾ ਚਾਹੀਦਾ ਹੈ ਕਿਉਂਕਿ ਮਾਲਕ ਪ੍ਰਭੂ ਆਪ ਹੀ ਇਹ ਬਾਣੀ ਸਤਿਗੁਰੂ ਜੀ ਦੇ ਮੂੰਹ ਤੋਂ ਅਖਵਾਉਂਦਾ ਹੈ। ਅੰਗ 308 ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ। ਸਤਿਗੁਰੂ ਦਾ ਉਚਾਰਿਆ ਹੋਇਆ ਸ਼ਬਦ ਕੋਈ ਸਧਾਰਨ ਕਵਿਤਾ ਨਹੀਂ ਹੁੰਦੀ। ਇਸ ਵਿੱਚ ਤਾਂ ਬ੍ਰਹਮ ਭਾਵ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਇੱਕ ਅਕਾਲ ਪੁਰਖ ਦੀ ਅਰਾਧਨਾ ਹੀ ਕੀਤੀ ਜਾਂਦੀ ਹੈ। ਰਾਗ ਗੌੜੀ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ 335 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਰਮਾਉਂਦੇ ਨੇ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਇਸ ਲਈ ਸਤਿਗੁਰੂ ਜੀ ਦੀ ਬਾਣੀ ਸੱਚੇ ਪ੍ਰਭੂ ਦਾ ਹੀ ਸਰੂਪ ਹੈ। ਰਾਗ ਗੌੜੀ ਕੀ ਬਾਰ ਮਹੱਲਾ ਚੌਥਾ ਅੰਗ 304 ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ। ਇਹ ਧੁਰ ਕੀ ਬਾਣੀ ਪ੍ਰਾਣੀ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੰਦੀ ਹੈ। ਜਿਸ ਨੇ ਵੀ ਇਸ ਨੂੰ ਆਪਣੇ ਮਨ ਅੰਦਰ ਵਸਾਇਆ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਰਾਗ ਸੋਰਠ ਮਹੱਲਾ ਪੰਜਵਾਂ ਅੰਗ 628। ਗੁਰੂ ਅਮਰਦਾਸ ਜੀ ਦੇ ਸ੍ਰੀ ਰਾਗ ਦੇ ਵਿੱਚ ਬਚਨ ਹਨ ਕਿ ਗੁਰਬਾਣੀ ਇਸ ਜਗਤ ਦੇ ਵਿੱਚ ਮਨੁੱਖ ਨੂੰ ਚਾਨਣ ਪ੍ਰਦਾਨ ਕਰਦੀ ਹੈ ਤੇ ਜੀਵਨ ਮਾਰਗ ਦਰਸਾਉਂਦੀ ਹੈ। ਉਹ ਮਨੁੱਖ ਵਡਭਾਗੀ ਹੈ ਜਿਸ ਦੇ ਹਿਰਦੇ ਅੰਦਰ ਗੁਰਬਾਣੀ ਵਸਦੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਅੰਗ ਸਟਾਰਟ। ਗੁਰੂ ਦੀ ਬਾਣੀ ਦੇ ਨਾਲ ਪ੍ਰੀਤ ਪਾਇਆ ਮਨ ਰੁਸ਼ਨਾਇਆ ਜਾਂਦਾ ਹੈ। ਹਿਰਦੇ ਰੂਪੀ ਘਰ ਦੇ ਵਿੱਚ ਗਿਆਨ ਦਾ ਦੀਵਾ ਜਗ ਪੈਂਦਾ ਹੈ। ਫਿਰ ਹਰ ਪਾਸੇ ਪ੍ਰਭੂ ਦੀ ਪਵਿੱਤਰ ਜੋਤ ਵਿਆਪਕ ਦਿਸਦੀ ਹੈ। ਗੁਰਬਾਣੀ ਸਿਉ ਪ੍ਰੀਤ ਸੋ ਪਰਸਨ ਅਹਨਸ ਨਿਰਮਲ ਜੋਤ ਸਵਾਈ ਘਟ ਦੀਪਕ ਗੁਰਮੁਖ ਜਾਤਾ ਹੈ। ਰਾਗ ਮਾਰੂ ਸੋਹਲੇ ਮਹੱਲਾ ਪਹਿਲਾ ਅੰਗ 1032। ਗੁਰਬਾਣੀ ਦੇ ਰਸੀਏ ਦੀ ਉਪਮਾ ਕਰਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਫਰਮਾ ਰਹੇ ਨੇ ਕਿ ਅਜਿਹਾ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ।
ਉਸ ਦੀ ਬਿਰਤੀ ਹਰ ਵੇਲੇ ਪ੍ਰਭੂ ਦੇ ਨਾਲ ਜੁੜੀ ਰਹਿੰਦੀ ਹੈ। ਗੁਰਬਾਣੀ ਚੌਹ ਕੁੰਡੀ ਸੁਣੀਐ ਸਾਚੈ ਨਾਮ ਸਮਾਏਂਦਾ, ਰਾਗ ਮਾਰੂ ਸੋਹਲੇ ਅੰਗ 1065। जैसी मैं आवे जैसी मैं आवे खसम की बाणी तैसड़ा करी ज्ञान लालो जैसी मैं आवे खसम की बाणी तैसड़ा करी ज्ञान लालो जैसी मैं आवे पाप के
ਆਵਾਜ਼ ਸੀ ਸ਼੍ਰੀਮਤੀ ਸੁਰਿੰਦਰ ਕੌਰ ਜੀ ਦੀ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਤੇ ਅਸੀਂ ਇਸ ਸ਼ਬਦ ਤੋਂ ਪਹਿਲਾਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸੀ ਗੁਰਬਾਣੀ ਬਾਰੇ ਇਹ ਜਿਹੜਾ ਲੇਖ, ਜਿਸ ਨੂੰ ਸ਼ਬਦ ਦਿੱਤੇ ਨੇ ਸਾਧੂ ਸਿੰਘ ਜੀ ਗੋਬਿੰਦਪੁਰੀ ਜੀ ਨੇ। ਤੇ ਆਪ ਜੀ ਲਿਖਦੇ ਨੇ ਕਿ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਸੂਹੀ ਦੇ ਵਿੱਚ ਉਹਨਾਂ ਦੇ ਬੜੇ ਅਨਮੋਲ ਬਚਨ ਨੇ। ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ, ਬਾਣੀ ਗੁਰ ਗਾਈ ਪਰਮਗਤ ਪਾਈ ਪੰਚ ਮਿਲੇ ਸੋਹਾਇਆ, ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ, ਹਉਮੈ ਪੀਰ ਗਈ ਸੁਖ ਪਾਇਆ ਆਰੋਗਤ ਭਏ ਸਰੀਰਾ। ਭਾਵ ਕਿ ਜੀਵ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਨੂੰ ਮਨ ਵਿੱਚ ਵਸਾਇਆ ਤਾਂ ਉਸ ਨੂੰ ਪਰਮਗਤ ਅਰਥਾਤ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਸ ਦੇ ਗਿਆਨ ਇੰਦਰੀ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ। ਅੰਦਰੋਂ ਕ੍ਰੋਧ ਤੇ ਮਮਤਾ ਜਾਂਦੀ ਰਹਿੰਦੀ ਹੈ। ਪਖੰਡ ਤੇ ਵਹਿਮ ਭਰਮ ਸਭ ਦੂਰ ਹੋ ਜਾਂਦੇ ਨੇ। ਸਾਰੀ ਭਟਕਣਾ ਖਤਮ ਹੋ ਜਾਂਦੀ ਹੈ। ਹਉਮੈ ਦੀ ਪੀੜਾ ਵੀ ਨਾਸ ਹੋ ਜਾਂਦੀ ਹੈ। ਸਰੀਰ ਨਰੋਆ ਤੇ ਅਰੋਗ ਹੋ ਜਾਂਦਾ ਹੈ ਤੇ ਹਿਰਦੇ ਘਰ ਅੰਦਰ ਆਨੰਦ ਆ ਵਸਦਾ ਹੈ। ਆਪ ਜੀ ਦਾ ਰਾਗ ਸੂਹੀ ਛੰਤ ਦੇ ਵਿੱਚ ਇੱਕ ਹੋਰ ਫਰਮਾਨ ਹੈ, ਭਾਵ ਗੁਰੂ ਰਾਮਦਾਸ ਜੀ ਮਹਾਰਾਜ ਦਾ। ਗੁਰਬਾਣੀ ਸਦ ਮੀਠੀ ਲਾਗੀ ਪਾਪ ਬੇਕਾਰ ਗਵਾਇਆ, ਹਉਮੈ ਰੋਗ ਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ। ਅੰਗ 773। ਗੁਰਬਾਣੀ ਤਾਂ ਮਨੁੱਖ ਨੂੰ ਬਾਰ-ਬਾਰ ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿਣ ਲਈ ਪ੍ਰੇਰਦੀ ਹੈ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਰਾਗ ਬਿਲਾਵਲ ਛੰਤ ਮਹੱਲਾ ਪਹਿਲਾ, ਅੰਗ 844। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਬਦ ਦੀਆਂ ਅਗਲੀਆਂ ਤੁਕਾਂ ਦੇ ਵਿੱਚ ਫਰਮਾ ਰਹੇ ਨੇ ਕਿ ਜਿਸ ਕਿਸੇ ਨੇ ਵੀ ਗੁਰਬਾਣੀ ਦੇ ਵਿੱਚ ਸ਼ਰਧਾ ਬਣਾਈ ਹੈ, ਉਹ ਅਕਥ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਂਦਾ ਹੈ, ਜਿਸ ਦੀ ਬਰਕਤ ਸਦਾ ਜੀਵ ਅਜਿਹੀ ਅਵਸਥਾ ਵਿੱਚ ਪੁੱਜ ਜਾਂਦਾ ਹੈ ਜਿੱਥੇ ਉਸ ਨੂੰ ਫਿਰ ਬਾਸ਼ਨਾ ਪੋ ਨਹੀਂ ਸਕਦੀ। ਸਤਿਗੁਰੂ ਜੀ ਫਰਮਾਉਂਦੇ ਨੇ 844 ਅੰਗ ਤੇ, ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ, ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੂਝੇ। ਰਾਗ ਰਾਮਕਲੀ ਦੇ ਵਿੱਚ ਆਪ ਜੀ ਦੇ ਬਚਨ ਨੇ ਕਿ ਗੁਰੂ ਦੀ ਬਾਣੀ ਦੇ ਟਾਕਰੇ ਕਿਸੇ ਪ੍ਰਕਾਰ ਦੇ ਕਰਮ ਕਾਂਡ ਦਾ ਕੋਈ ਮਹੱਤਵ ਨਹੀਂ। ਤੀਰਥ ਇਸ਼ਨਾਨ ਵਰਤ ਨੇਮ ਤਪ ਆਦਿ ਇਸ ਦੇ ਸਾਨੀ ਨਹੀਂ ਹੋ ਸਕਦੇ। ਗੁਰਬਾਣੀ ਦੁਆਰਾ ਗੁਰੂ ਨੂੰ ਮਿਲਿਆ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪ੍ਰਾਣੀ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਸਤਿਗੁਰੂ ਜੀ 879 ਅੰਗ ਤੇ ਫਰਮਾਉਂਦੇ ਨੇ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਜੈ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਸਭ ਨਿਸਤਾਰੇ। ਜੋ ਜੋ ਵੀ ਗੁਰਬਾਣੀ ਦੀ ਓਟ ਆਸਰਾ ਲੈਂਦਾ ਹੈ, ਗੁਰਬਾਣੀ ਵਿੱਚ ਆਪਣੇ ਮਨ ਨੂੰ ਜੋੜਦਾ ਹੈ, ਉਸ ਨੂੰ ਮਨ ਇੱਛੇ ਫਲ ਪ੍ਰਾਪਤ ਹੁੰਦੇ ਨੇ, ਭਾਵ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਹਿਰਦੇ ਘਰ ਵਿੱਚ ਫਿਰ ਸੁਖ ਤੇ ਆਨੰਦ ਆ ਕੇ ਵਸਦੇ ਨੇ। ਗੁਰਬਾਖ ਹੈ, ਜੋ ਇੱਛੈ ਸੋਈ ਫਲ ਪਾਵੇ, ਗੁਰਬਾਣੀ ਸੁਖ ਪਾਏ। ਰਾਗ ਭੈਰੋਂ ਮਹੱਲਾ ਤੀਜਾ, ਅੰਗ 1130। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਰਾਗ ਬਸੰਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 1175 ਤੇ ਫਰਮਾਉਂਦੇ ਨੇ, ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮਲਾਏ ਸੋਏ। ਇਸੇ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਰਾਗ ਮਾਰੂ ਸੋਲੇ ਦੇ ਵਿੱਚ ਜੀਵ ਨੂੰ ਗੁਰੂ ਦੀ ਬਾਣੀ ਵਿੱਚ ਪੂਰਨ ਤੌਰ ਤੇ ਸ਼ਰਧਾ ਬਣਾਈ ਰੱਖਣ ਲਈ ਪ੍ਰੇਰਦੇ ਨੇ। ਸਤਿਗੁਰ ਜੀ 1028 ਅੰਗ ਤੇ ਫਰਮਾਉਂਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨਹੁ, ਇਉ ਆਤਮ ਰਾਮੈ ਲੀਨਾ ਹੈ। ਤੇ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਰਾਗ ਸੋਠ ਦੇ ਵਿੱਚ ਅੰਗ 628 ਤੇ ਫਰਮਾਉਂਦੇ ਨੇ, ਗੁਰਬਾਣੀ ਗਾਵ ਹੈ ਭਾਈ,
ਉਹ ਸਫਲ ਸਦਾ ਸੁਖਦਾਈ। ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ। ਗੁਰਬਾਣੀ ਤਾਂ ਸਰਬ ਵਿਆਪੀ ਹੈ, ਇਸ ਲਈ ਸਾਰੀ ਮਨੁੱਖਤਾ ਦੇ ਲਈ ਸਾਂਝਾ ਉਪਦੇਸ਼ ਹੈ, ਕਿਸੇ ਇੱਕ ਫਿਰਕੇ ਜਾਂ ਧਰਮ ਲਈ ਨਹੀਂ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਰਾਗ ਸੂਹੀ ਮਹੱਲਾ ਪੰਜਵਾ ਅੰਗ 747-48। ਗੁਰਬਾਣੀ ਦੂਈ ਦਵੈਤ ਮਿਟਾ ਕੇ ਸਭਨਾਂ ਨੂੰ ਪਿਆਰ ਕਰਨਾ ਸਿਖਾਉਂਦੀ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਰਾਗ ਕਾਨੜਾ ਮਹੱਲਾ ਪੰਜਵਾ ਅੰਗ 1299। ਤੇ ਇਸੇ ਤਰ੍ਹਾਂ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਅੰਗ 671 ਤੇ ਫਰਮਾਉਂਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਪਰੰਤੂ ਅਜਿਹੇ ਵੀ ਹਨ ਜੋ ਸਤਿਗੁਰੂ ਜੀ ਦੀ ਰੀਸ ਕਰਦੇ ਨੇ, ਕੱਚੀ ਤੇ ਪਿੱਲੀ ਬਾਣੀ ਦੀ ਰਚਨਾ ਕਰਦੇ ਨੇ। ਅਜਿਹੇ ਪਖੰਡੀਆਂ ਦੇ ਹਿਰਦੇ ਵਿੱਚ ਕੂੜ ਤੇ ਕਪਟ ਭਰਿਆ ਹੁੰਦਾ ਹੈ, ਜਿਸ ਦਾ ਪਾਜ ਛੇਤੀ ਹੀ ਖੁੱਲ ਜਾਂਦਾ ਹੈ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਕੁਝ ਹੋਰ ਹੁੰਦਾ ਹੈ ਤੇ ਮੂੰਹ ਤੇ ਕੁਝ ਹੋਰ। ਉਹਨਾਂ ਦਾ ਮੁੱਖ ਆਸ਼ਾ ਮਾਇਆ ਇਕੱਤਰ ਕਰਨਾ ਹੁੰਦਾ ਹੈ, ਜਿਸ ਦੇ ਲਾਲਚ ਵਿੱਚ ਫਸ ਕੇ ਅੰਤ ਨੂੰ ਉਹ ਖੱਪ ਕੇ ਮਰਦੇ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਗੌੜੀ ਕੀ ਬਾਰ ਦੇ ਵਿੱਚ ਫਰਮਾਉਂਦੇ ਨੇ 304 ਅੰਗ ਤੇ, ਸਤਿਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਏ। ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਝੱਖ ਮਰਦੇ ਕੜੀਏ। ਗੁਰੂ ਰਾਮਦਾਸ ਜੀ ਮਹਾਰਾਜ ਸੇਧ ਬਖਸ਼ਿਸ਼ ਕਰ ਰਹੇ ਨੇ ਕਿ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ। ਬਾਣੀ ਵਿੱਚ ਗੁਰੂ ਆਪ ਮੌਜੂਦ ਹੈ। ਗੁਰੂ ਕੀ ਬਾਣੀ ਅੰਮ੍ਰਿਤ ਦੇ ਨਾਲ ਭਰਪੂਰ ਹੈ, ਭਾਵ ਗੁਰੂ ਦੀ ਬਾਣੀ ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਜਲ ਹੈ। ਗੁਰੂ ਵੱਲੋਂ ਉਚਾਰੀ ਹੋਈ ਬਾਣੀ ਤੇ ਗੁਰੂ ਦਾ ਜੋ ਸੇਵਕ ਸ਼ਰਧਾ ਤੇ ਨਿਸ਼ਚਾ ਰੱਖਦਾ ਹੈ, ਗੁਰੂ ਅਜਿਹੇ ਸਾਧਕ ਨੂੰ ਯਕੀਨਨ ਭਵਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਰਾਗ ਨਟ ਦੇ ਵਿੱਚ ਅੰਗ 982 ਤੇ ਗੁਰੂ ਰਾਮਦਾਸ ਜੀ ਮਹਾਰਾਜ ਫਰਮਾ ਰਹੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਦਰਅਸਲ ਗੁਰਬਾਣੀ ਨੂੰ ਗੁਰਤਾ ਬਾਰੇ ਸੰਕੇਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਹੀ ਦੇ ਦਿੱਤਾ ਸੀ, ਜਦੋਂ ਸਿੱਧਾਂ ਨੇ ਗੁਰੂ ਜੀ ਨੂੰ ਪੁੱਛਿਆ ਸੀ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਸਿੱਧ ਗੋਸ਼ਟ ਅੰਗ 942 ਤੇ ਸਤਿਗੁਰਾਂ ਨੇ ਉੱਤਰ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਮਾਂ ਆ ਗਿਆ ਜਦੋਂ ਦਸ਼ਮੇਸ਼ ਪਿਤਾ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਗੁਰਤਾ ਪ੍ਰਦਾਨ ਕਰਕੇ ਗੁਰੂ ਨਾਨਕ ਨਾਮ ਲੇਵਾ ਸੇਵਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਇਆ ਤੇ ਅੱਗੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਸਾਏ ਮਾਰਗ ਤੇ ਚੱਲਣ ਲਈ ਉਪਦੇਸ਼ ਦਿੱਤਾ। ਗੁਰਸਿੱਖ ਨੇ ਹੋਰ ਕਿਸੇ ਨੂੰ ਗੁਰੂ ਨਹੀਂ ਧਾਰਨਾ, ਉਸ ਦਾ ਗੁਰੂ ਕੇਵਲ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇਗਾ। ਇਸ ਪ੍ਰਕਾਰ ਗੁਰਮਤ ਦੇ ਵਿੱਚ ਦੇਹਧਾਰੀ ਗੁਰੂ ਦੀ ਪਰੰਪਰਾ ਦਾ ਸਦਾ ਲਈ ਭੋਗ ਪੈ ਗਿਆ। ਗੁਰਸਿੱਖ ਨੇ ਗੁਰਬਾਣੀ ਤੇ ਪੂਰਾ ਨਿਸ਼ਚਾ ਰੱਖ ਕੇ ਗੁਰਬਾਣੀ ਨੂੰ ਪੜ੍ਹਨਾ ਜਾਂ ਸੁਣਨਾ ਹੀ ਨਹੀਂ, ਸਗੋਂ ਗੁਰਬਾਣੀ ਨੂੰ ਕਮਾਉਣਾ ਵੀ ਹੈ, ਭਾਵ ਗੁਰੂ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਇਸ ਤੇ ਅਮਲ ਵੀ ਕਰਨਾ ਹੈ, ਤਾਂ ਹੀ ਮਨ ਸਦਾ ਖੜਾਓ ਵਿੱਚ ਰਹਿ ਸਕਦਾ ਹੈ। ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਆਸਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 376 ਅੰਗ ਤੇ ਫਰਮਾਉਂਦੇ ਨੇ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਇਹ ਤਾਂ ਸੀ ਗੁਰਬਾਣੀ ਦੇ ਨਾਲ ਸੰਬੰਧੀ ਜਿਹੜਾ ਲੇਖ, ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਸਰਵਣ ਕਰਦੇ ਹਾਂ।
सो हर दिन प्यारे, फिर कर बैसो हर दिन प्यारे, तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर तुमरे काज सवारे। दुष्ट दूत परमेश्वर मारे, दुष्ट दूत परमेश्वर मारे, जन की पैज रखी कर तारे। बादशाह शाह सब वस कर दीने, बादशाह सब वस कर दीने, अमृत नाम महारस पीने। सतगुर तुमरे काज सवारे, सतगुर तुमरे काज सवारे, तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर तुमरे काज सवारे। निर्भो होए पजो भगवान, निर्भो होए पजो भगवान, साध संगत मिल की नो दान। शरण परे प्रभु अंतर जामी, शरण परे प्रभु अंतर जामी, नानक ओट पकड़ी प्रभु स्वामी। सतगुर तुमरे काज सवारे, सतगुर तुमरे काज सवारे, तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर तुमरे काज सवारे। सतगुर तुमरे काज सवारे, सतगुर तुमरे काज सवारे, तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर तुमरे काज सवारे। तुमरे काज सवारे सतगुर तुमरे काज सवारे, तुमरे काज सवारे सतगुर। ਹਾਂਜੀ ਇਹ ਆਵਾਜ਼ ਸੀ ਭਾਈ ਚਰਨਪ੍ਰੀਤ ਸਿੰਘ ਜੀ, ਭਾਈ ਸਤਵਿੰਦਰ ਸਿੰਘ ਜੀ ਤੇ ਭਾਈ ਹਰਵਿੰਦਰ ਸਿੰਘ ਜੀ ਦੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਇੱਕ ਹੋਰ ਲੇਖ ਜਿਹੜਾ ਹੈ ਜਿਤਨਾ ਕਿ ਸਮਾਂ ਸਾਡੇ ਕੋਲ ਹੈ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇਹਦਾ ਸ਼ੀਰਸ਼ਕ ਸਾਧੂ ਸਿੰਘ ਜੀ ਗੋਬਿੰਦਪੁਰੀ ਜੀ ਨੇ ਦਿੱਤਾ ਹੈ, ਸਤਿਗੁਰੂ। ਆਪ ਲਿਖਦੇ ਨੇ ਕਿ ਸਤਿਗੁਰੂ ਸ਼ਬਦ ਦੇ ਅੱਖਰੀ ਅਰਥ ਨੇ ਸਤ ਪਲੱਸ ਗੁਰੂ, ਭਾਵ ਕਿ ਸੱਚਾ ਗੁਰੂ। ਰਾਗ ਗੌੜੀ ਸੁਖਮਨੀ ਦੀ 18ਵੀਂ ਅਸ਼ਟਪਦੀ ਵਾਲੇ ਸ਼ਲੋਕ ਦੇ ਵਿੱਚ
ਗੁਰੂ ਪੰਚਮ ਪਾਤਸ਼ਾਹ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਨੇ ਸਦਾ ਕਾਇਮ ਰਹਿਣ ਵਾਲੇ ਵਿਆਪਕ ਪ੍ਰਭੂ ਦੇ ਭੇਦਾਂ ਨੂੰ ਜਾਣ ਲਿਆ ਹੈ, ਉਹ ਸਤਿਗੁਰੂ ਹੈ। ਅਜਿਹੇ ਸਤਿਗੁਰੂ ਦੀ ਸੰਗਤ ਕੀਤਿਆਂ ਪ੍ਰਾਣੀ ਦਾ ਉਧਾਰ ਹੋ ਜਾਂਦਾ ਹੈ ਤੇ ਵਿਕਾਰਾਂ ਤੋਂ ਸਦਾ ਬਚਿਆ ਰਹਿੰਦਾ ਹੈ। ਗੁਰਬਾਣੀ ਸਾਨੂੰ ਸੇਧ ਦਿੰਦੀ ਹੈ। ਅੰਗ 286 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਤੇ ਇਸੇ ਤਰ੍ਹਾਂ ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਹਿਤ ਹੋਏ। ਸ਼ਲੋਕ ਮਹੱਲਾ ਤੀਜਾ, ਬਿਹਾਗੜੇ ਕੀ ਬਾਰ, ਮਹੱਲਾ ਚੌਥਾ, ਅੰਗ 552। ਭਾਵ ਸੱਚਾ ਗੁਰੂ ਪ੍ਰਭੂ ਦੇ ਨਾਮ ਦੇ ਵਿੱਚ ਪੂਰਨ ਤੌਰ ਤੇ ਭਿੱਜਿਆ ਹੁੰਦਾ ਹੈ ਤੇ ਕਲਯੁਗੀ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਉਤਾਰਨ ਲਈ ਜਹਾਜ਼ ਬਣਦਾ ਹੈ। ਰਾਗ ਗੌੜੀ ਬੈਰਾਗਣ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਹੈ ਕਿ ਜਿਸ ਨੂੰ ਮਿਲਿਆ ਮਨ ਅੰਦਰ ਆਨੰਦ ਪੈਦਾ ਹੋ ਜਾਏ, ਮਨ ਦੀ ਸਾਰੀ ਦੁਬਿਧਾ ਜਾਂਦੀ ਰਹੇ ਅਤੇ ਪਰਮ ਪਦ ਭਾਵ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਏ, ਅਜਿਹਾ ਮਹਾਂਪੁਰਖ ਸਤਿਗੁਰੂ ਹੈ। ਅੰਗ 168 ਤੇ ਆਪ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਸਤਿਗੁਰੂ ਦੇ ਪ੍ਰਗਟ ਹੋਣ ਦੇ ਨਾਲ ਸਾਰਾ ਬ੍ਰਹਿਮੰਡ ਰੋਸ਼ਨਾਇਆ ਜਾਂਦਾ ਹੈ, ਤਪਦੇ ਮਨ ਸ਼ਾਂਤ ਹੋ ਜਾਂਦੇ ਨੇ ਅਤੇ ਜਗਤ ਦੇ ਵਿੱਚ ਪਿਆ ਹੋਇਆ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਸੰਬੰਧੀ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਬਾਰ ਪਹਿਲੀ, ਪੌੜੀ 27ਵੀਂ। ਸਤਿਗੁਰੂ ਜੀ ਦੇ ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੀ ਵਡਿਆਈ ਵਰਣਨ ਨਹੀਂ ਕੀਤੀ ਜਾ ਸਕਦੀ। ਉਹ ਆਪਣੇ ਸੇਵਕ ਜਨਾਂ ਦੀ ਸਦਾ ਪੈਜ ਰੱਖਣ ਵਾਲਾ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਰਾਗ ਸੂਹੀ, ਮਹੱਲਾ ਪੰਜਵਾ, ਅੰਗ 750। ਸਤਿਗੁਰੂ ਨੇ ਕਾਮਾਦਿਕ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਚੰਗੀ ਤਰ੍ਹਾਂ ਆਪਣੇ ਵਸ ਵਿੱਚ ਕੀਤਾ ਹੁੰਦਾ ਹੈ। ਸੱਚੇ ਗੁਰੂ ਦੀ ਬਿਰਤੀ ਹਰ ਵੇਲੇ ਪ੍ਰਭੂ ਦੇ ਨਾਲ ਜੁੜੀ ਰਹਿੰਦੀ ਹੈ, ਜਿਸ ਸਦਕਾ ਪ੍ਰਭੂ ਤੇ ਸਤਿਗੁਰੂ ਇੱਕ ਰੂਪ ਹੋ ਜਾਂਦੇ ਨੇ। ਸੋ ਸਤਿਗੁਰ ਜੇ ਸੱਚ ਧਿਆਏਂਦਾ, ਸੱਚ ਸੱਚਾ ਸਤਿਗੁਰ ਇੱਕੈ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਬਸ ਛਿਕੈ। ਗੌੜੀ ਕੀ ਬਾਰ, ਮਹੱਲਾ ਚੌਥਾ, ਅੰਗ 304। ਇਸ ਸੰਸਾਰ ਦੇ ਵਿੱਚ ਹਰ ਮਨੁੱਖ ਕਿਸੇ ਨਾ ਕਿਸੇ ਰੋਗ ਜਾਂ ਚਿੰਤਾ ਵਿੱਚ ਗ੍ਰਸਿਆ ਹੋਇਆ ਹੈ। ਕੋਈ ਵੀ ਅਜਿਹਾ ਪ੍ਰਾਣੀ ਨਹੀਂ ਜਿਸ ਨੂੰ ਕੋਈ ਨਾ ਕੋਈ ਰੋਗ ਨਾ ਹੋਵੇ, ਪਰੰਤੂ ਇੱਕ ਸਤਿਗੁਰੂ ਹੀ ਅਜਿਹਾ ਮਹਾਨ ਯੋਗੀ ਹੈ ਜਿਸ ਨੂੰ ਕਿਸੇ ਕਿਸਮ ਦਾ ਰੋਗ ਆਦਿਕ ਨਹੀਂ ਪਾਉਂਦਾ। ਭਾਵ ਸਤਿਗੁਰੂ ਸਭ ਰੋਗਾਂ ਤੋਂ ਰਹਿਤ ਹੁੰਦਾ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰਾਗ ਭੈਰੋਂ, ਮਹੱਲਾ ਪੰਜਵਾ, ਅੰਗ 1140। ਸਤਿਗੁਰੂ ਦਾ ਨਾਮ ਦਾ ਭੰਡਾਰਾ ਹੈ। ਜੋ ਮਨੁੱਖ ਸਤਿਗੁਰੂ ਦੀ ਸ਼ਰਨ ਆ ਕੇ ਉਸ ਦੀ ਆਗਿਆ ਵਿੱਚ ਤੁਰਦਾ ਹੈ, ਦੱਸੇ ਮਾਰਗ ਤੇ ਚੱਲਦਾ ਹੈ, ਸਤਿਗੁਰੂ ਅਜਿਹੇ ਮਨੁੱਖਾਂ ਨੂੰ ਨਾਮ ਦੀ ਦਾਤ ਬਖਸ਼ ਕੇ ਪ੍ਰਭੂ ਚਰਨਾਂ ਵਿੱਚ ਜੋੜ ਦਿੰਦੇ ਨੇ। ਫਿਰ ਉਸ ਪ੍ਰਾਣੀ ਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਜਗਤ ਵਿੱਚ ਆਉਣਾ ਉਸ ਦਾ ਸਫਲ ਹੋ ਜਾਂਦਾ ਹੈ। ਸਤਿਗੁਰ ਬੋਹਿਤ ਹਰ ਨਾਭ ਹੈ, ਕਿਤ ਵਿਦ ਚੜਿਆ ਜਾਏ। ਸਤਿਗੁਰ ਕੈ ਭਾਣੇ ਜੋ ਚੱਲੇ, ਵਿੱਚ ਬੋਹਿਤ ਬੈਠਾ ਆਏ। ਧੰਨ ਧੰਨ ਬੜ ਭਾਗੀ ਨਾਨਕਾ, ਜਿਨ ਸਤਿਗੁਰ ਲਏ ਮਿਲਾਏ। ਸ੍ਰੀ ਰਾਗ ਮਹੱਲਾ ਚੌਥਾ, ਅੰਗ 40। ਸੱਚੇ ਗੁਰੂ ਦਾ ਇਹ ਬਿਰਦ ਹੈ ਕਿ ਉਹ ਆਪ ਸਭ ਦਾ ਭਲਾ ਹੀ ਮੰਗਦਾ ਹੈ। ਉਹ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਕਰਦਾ, ਪਰੰਤੂ ਅਜਿਹੇ ਕੋਮਲ ਸੁਭਾਅ ਵਾਲੇ ਮਹਾਂਪੁਰਖਾਂ ਦੇ ਨਾਲ ਵੀ ਮੂਰਖ ਬੈਰ ਜਾਂ ਧਰੋਹ ਕਮਾਉਣ ਤੋਂ ਸੰਕੋਚ ਨਹੀਂ ਕਰਦੇ। ਇਸ ਨਾਲ ਪੂਰੇ ਗੁਰੂ ਦਾ ਤਾਂ ਕੁਝ ਨਹੀਂ ਵਿਗੜਦਾ, ਪਰੰਤੂ ਦੋਖੀਆਂ ਨੂੰ ਫਟਕਾਰਾਂ ਪੈਂਦੀਆਂ ਨੇ ਤੇ ਮੂੰਹ ਦੀ ਖਾਣੀ ਪੈਂਦੀ ਹੈ। ਪੰਚਮ ਪਾਤਸ਼ਾਹ ਦੇ ਆਪਣੇ ਪਰਿਵਾਰ ਦੇ ਵਿੱਚੋਂ ਹੀ ਸਤਿਗੁਰਾਂ ਦਾ ਬੁਰਾ ਮਨਾਉਂਦੇ ਰਹੇ।
ਪਰ ਫਿਟਕਾਰਾਂ ਤੋਂ ਸਿਵਾ ਉਹਨਾਂ ਨਿੰਦਕਾਂ ਤੇ ਦੋਖੀਆਂ ਦੇ ਪੱਲੇ ਹੋਰ ਕੁਝ ਨਾ ਪਿਆ। ਸੰਗਤਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਮਜ਼ਹਬ ਦੀ ਆੜ ਹੇਠ ਮੌਕੇ ਦੇ ਤਵਸਵੀ ਹਾਕਮਾਂ ਨੇ ਤਸੀਹੇ ਤੇ ਕਸ਼ਟ ਦਿੱਤੇ, ਪਰ ਸਤਿਗੁਰਾਂ ਨੇ ਸਭ ਕੁਝ ਭਾਣਾ ਮੰਨ ਕੇ ਖਿੜੇ ਮੱਥੇ ਕਬੂਲ ਕੀਤਾ। ਅੱਜ ਇਤਿਹਾਸ ਦੇ ਵਿੱਚ ਉਸ ਅਕਾਲ ਮੂਰਤ ਸੂਰਮੇ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਕਰੋੜਾਂ ਸ਼ਰਧਾਲੂ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਆਪਣਾ ਸੀਸ ਨਵਾਉਂਦੇ ਨੇ। ਉਹਨਾਂ ਵੱਲੋਂ ਰਚੀ ਬਾਣੀ ਦਾ ਆਦਰ ਤੇ ਸਤਿਕਾਰ ਹੁੰਦਾ ਹੈ, ਪਰ ਕਿੱਥੇ ਨੇ ਉਹ ਦੋਖੀ ਤੇ ਹੰਕਾਰ ਦੇ ਵਿੱਚ ਗ੍ਰਸੇ ਸਲਤਨਤਾਂ ਦੇ ਮਾਲਕ ਸ਼ਹਿਨਸ਼ਾਹ, ਜਿਨ੍ਹਾਂ ਦੀ ਮੜੀ ਤੇ ਅੱਜ ਕੋਈ ਦੀਵਾ ਤੱਕ ਨਹੀਂ ਬਾਲਦਾ। ਸਤਿਗੁਰੂ ਤਾਂ ਸਦਾ ਅਮਰ ਹੈ। ਉਸ ਦਾ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ। ਉਹ ਤਾਂ ਸਭਨਾਂ ਅੰਦਰ ਇੱਕ ਜੋਤ ਨੂੰ ਹੀ ਤੱਕਦਾ ਹੈ ਤੇ ਸਭਨਾਂ ਦਾ ਭਲਾ ਲੋਚਦਾ ਹੈ। ਫਿਰ ਅਜਿਹੇ ਗੁਰੂ ਦਾ ਬੁਰਾ ਕਿਵੇਂ ਹੋ ਸਕਦਾ ਹੈ? ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਬੈਰ ਚਲਾਇਂਦੇ, ਤਿਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਗੌੜੀ ਕੀ ਬਾਰ ਮਹੱਲਾ ਚੌਥਾ ਅੰਗ 302। ਪੂਰੇ ਗੁਰੂ ਦੀ ਕੀ ਸਿਫਤ ਕਰੀਏ। ਉਹ ਤਾਂ ਆਪਣੇ ਸੇਵਕ ਦੀ ਸਦਾ ਰੱਖਿਆ ਕਰਦਾ ਹੈ। ਉਸ ਦੀ ਭੈੜੀ ਮੱਤ ਨੂੰ ਧੋ ਕੇ ਨਵੀਂ ਨਰੋਈ ਕਰ ਦਿੰਦਾ ਹੈ। ਉਸ ਦੇ ਸਾਰੇ ਬੰਧਨ ਕੱਟ ਕੇ ਵਿਕਾਰਾਂ ਤੋਂ ਮੁਕਤ ਕਰ ਦਿੰਦਾ ਹੈ ਤੇ ਉਹ ਲੋਕ ਪਰਲੋਕ ਉਸ ਦਾ ਸਵਾਰ ਦਿੰਦਾ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕੀ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਰਾਗ ਗੌੜੀ ਸੁਖਮਨੀ ਮਹੱਲਾ ਪੰਜਵਾਂ ਅੰਗ 286। ਸਤਿਗੁਰੂ ਤਾਂ ਰਹਿਮਤਾਂ ਦਾ ਭੰਡਾਰ ਹੈ। ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਕੇਵਲ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ। ਜਿਤੜੇ ਫਲ ਮਨ ਬਾਛੀਐ, ਤਿਤੜੇ ਸਤਿਗੁਰ ਪਾਸ। ਸ੍ਰੀ ਰਾਗ ਮਹੱਲਾ ਪੰਜਵਾਂ ਅੰਗ 52। ਸਤਿਗੁਰੂ ਨੂੰ ਗੁਰਬਾਣੀ ਦੇ ਵਿੱਚ ਮਹਾਂਪੁਰਖ ਤੇ ਪਾਰਸ ਕਰਕੇ ਵੀ ਵਡਿਆਇਆ ਗਿਆ ਹੈ। ਜਿਵੇਂ ਪਾਰਸ ਦੇ ਨਾਲ ਲੋਹਾ ਛੂਹ ਕੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਪਾਰਸ ਸਤਿਗੁਰੂ ਜੀ ਦੀ ਜੋ ਮਨੁੱਖ ਚਰਨੀ ਲੱਗਦਾ ਹੈ, ਉਸ ਨੂੰ ਮਨ ਇੱਛੇ ਫਲ ਪ੍ਰਾਪਤ ਹੁੰਦੇ ਨੇ। ਲੋਹਾ ਹਿਰਨ ਹੋਵੈ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੈ ਗੋ। ਸਤਿਗੁਰ ਮਹਾਂਪੁਰਖ ਹੈ, ਪਾਰਸ ਜੋ ਲਾਗੈ ਸੋ ਫਲ ਪਾਵੈ ਗੋ। ਰਾਗ ਕਾਨੜਾ ਮਹੱਲਾ ਚੌਥਾ ਅੰਗ 1311। ਬਿਹਾਗੜੇ ਦੀ ਵਾਰ ਮਹੱਲਾ ਚੌਥਾ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਅੰਕਿਤ ਹੈ, ਜਿਸ ਵਿੱਚ ਆਪ ਜੀ ਦਾ ਫਰਮਾਨ ਹੈ ਕਿ ਸਤਿਗੁਰ ਦੇ ਦੱਸੇ ਮਾਰਗ ਤੇ ਚੱਲਣ ਦੇ ਨਾਲ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਅਚਿੰਤ ਪ੍ਰਭੂ ਮਨ ਵਿੱਚ ਆ ਵਸਦਾ ਹੈ, ਜਿਸ ਨਾਲ ਹਉਮੈ ਤੇ ਮੋਹ ਮਮਤਾ ਦੂਰ ਹੋ ਜਾਂਦੀ ਹੈ। ਸੋਭਾ ਤੇ ਮਾਣ ਸਤਿਕਾਰ ਮਿਲਦਾ ਹੈ ਤੇ ਦੁੱਖ ਕਲੇਸ਼ ਕੱਟੇ ਜਾਂਦੇ ਨੇ। ਅੰਗ 552 ਤੇ ਸਤਿਗੁਰ ਜੀ ਫਰਮਾਉਂਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਨਾਮ ਪਦਾਰਥ ਪਾਈਐ, ਅਚਿੰਤ ਬਸੈ ਮਨ ਆਏ। ਜਨਮ ਮਰਨ ਦੁਖ ਕਟਿਐ, ਹਉਮੈ ਮਮਤਾ ਜਾਏ। ਉੱਤਮ ਪਦਵੀ ਪਾਈਐ, ਸੱਚੇ ਰਹੇ ਸਮਾਏ। ਤੇ ਇਸੇ ਤਰ੍ਹਾਂ ਸਤਿਗੁਰ ਜੀ ਫਰਮਾਉਂਦੇ ਨੇ, ਸਤਿਗੁਰ ਸੇਵੈ ਸਦਾ ਸੁਖ, ਜਨਮ ਮਰਨ ਦੁਖ ਜਾਏ। ਚਿੰਤਾ ਮੂਲ ਨਾ ਹੋਵਈ, ਅਚਿੰਤ ਬਸੈ ਮਨ ਆਏ। ਸ਼ਲੋਕ ਮਹੱਲਾ ਤੀਜਾ ਬੜਹੰਸ ਕੀ ਬਾਰ ਮਹੱਲਾ ਚੌਥਾ ਅੰਗ 587। ਦੂਜੇ ਬੰਨੇ ਸੱਚੇ ਗੁਰੂ ਤੋਂ ਬਿਨਾਂ ਪ੍ਰਾਣੀ ਅਗਿਆਨਤਾ ਦੇ ਹਨੇਰੇ ਵਿੱਚ ਭਟਕਦਾ ਰਹਿੰਦਾ ਹੈ ਤੇ ਵਿਕਾਰਾਂ ਦੇ ਸਮੁੰਦਰ ਵਿੱਚ ਗੋਤੇ ਖਾਂਦਾ ਰਹਿੰਦਾ ਹੈ। ਸਤਿਗੁਰ ਬਾਝੋਂ ਘੋਰ ਅੰਧਾਰਾ, ਡੂਬ ਮੁਏ ਬਿਨ ਪਾਣੀ। ਰਾਗ ਮਲਾਰ ਮਹੱਲਾ ਪਹਿਲਾ ਅੰਗ 1275। ਤੇ ਸਤਿਗੁਰ ਜੀ ਇਸੇ ਤਰ੍ਹਾਂ ਸ਼ਲੋਕ ਮਹੱਲਾ ਤੀਜਾ ਬੜਹੰਸ ਕੀ ਬਾਰ ਮਹੱਲਾ ਚੌਥਾ ਅੰਗ 591 ਤੇ ਫਰਮਾਉਂਦੇ ਨੇ, ਬਿਨ ਸਤਿਗੁਰ ਸੇਵੈ ਜਗਤ ਮੁਆ, ਬਿਰਥਾ ਜਨਮ ਗਵਾਏ।
ਰਾਗ ਗੂਜਰੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਨੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਇਸ ਲਈ ਆਪ ਜੀ ਸੇਧ ਬਖਸ਼ ਕਰ ਰਹੇ ਨੇ ਕਿ ਜਿਸ ਸੱਚੇ ਗੁਰੂ ਨੇ ਮਾਇਆ ਦੇ ਮੋਹ ਦੇ ਹਨੇਰੇ ਨੂੰ ਦੂਰ ਕੀਤਾ, ਅਜਿਹੇ ਸਤਿਗੁਰ ਦੀ ਚਰਨੀ ਲੱਗਣਾ ਚਾਹੀਦਾ ਹੈ। ਤਿਸ ਸਤਿਗੁਰ ਕੀ ਸਭ ਪੱਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ। ਰਾਗ ਬਡਹੰਸ ਕੀ ਬਾਰ ਮਹੱਲਾ ਚੌਥਾ, ਅੰਗ 586। ਇਹ ਗੱਲ ਮਨ ਵਿੱਚ ਦ੍ਰਿੜ ਕਰਨ ਵਾਲੀ ਹੈ ਕਿ ਸਤਿਗੁਰੂ ਦੇਹ ਕਰਕੇ ਨਹੀਂ ਬਲਕਿ ਸ਼ਬਦ ਕਰਕੇ ਸਰਵ ਵਿਆਪਕ ਹੈ ਤੇ ਅਵਿਨਾਸੀ ਪਾਰ ਬ੍ਰਹਮ ਰੂਪ ਹੁੰਦਾ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿੱਚ ਸਿੱਖ ਦੇ ਅੰਗ ਸੰਗ ਰਹਿਣ ਵਾਲਾ ਗੁਰੂ ਦਾ ਸਰੀਰ ਨਹੀਂ, ਸਗੋਂ ਗੁਰੂ ਦਾ ਸ਼ਬਦ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਰਾਗ ਸੂਹੀ ਮਹੱਲਾ ਚੌਥਾ, ਅੰਗ 759। ਸੋ ਇਹ ਸੀ ਸਤਿਗੁਰੂ ਜੀ ਦੇ ਬਾਰੇ ਦੇ ਵਿੱਚ ਜਿਹੜਾ ਲੇਖ, ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਆਪਣਾ ਖਿਆਲ ਰੱਖਿਓ। ਰੱਬ ਰਾਖਾ। सतगुर की सेवा सफल है, सेवा सफल है। सतगुर की सेवा सफल है, सेवा सफल है। जे को करे चितलाए, सतगुर की सेवा सफल है, सेवा सफल है, सेवा सफल है, सेवा सफल है। मन चिंदिया फल पावना, मन चिंदिया फल पावना। हमें बिचो जाए, हमें बिचो जाए, हमें बिचो जाए। सतगुर की सेवा सफल है, सेवा सफल है। सतगुर की सेवा सफल है, सेवा सफल है। जे को करे इतलाए, सतगुर की सेवा सफल है, सेवा सफल है, सेवा सफल है, सेवा सफल है। बंधन तोड़े मुक्त हुए, बंधन तोड़े मुक्त हुए। सच्चे रह गए समाए, सच्चे रह गए समाए, सच्चे रह गए समाए। सतगुर की सेवा सफल है, सेवा सफल है। सतगुर की सेवा सफल है, सेवा सफल है। जे को करे चितलाए, सतगुर की सेवा सफल है, सेवा सफल है,
सेवा सफल है, सेवा सफल है। इस जग में नाम अलग है, इस जग में नाम अलग है। गुरुमुख से मन आए, गुरुमुख से मन आए, गुरुमुख से मन आए। सतगुरु की सेवा सफल है, सेवा सफल है। सतगुरु की सेवा सफल है, सेवा सफल है। जे को करे चितलाए, सतगुरु की सेवा सफल है, सेवा सफल है, सेवा सफल है, सेवा सफल है। नानक जो गुर सेवे अपना, नानक जो गुर सेवे अपना। हाँ तिन बलिहारे जाओ, हाँ तिन बलिहारे जाओ, हाँ तिन बलिहारे सतगुरु की सेवा सफल है, सेवा सफल है, सेवा सफल है, सेवा सफल है।